ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਬਾਣੀ ਬੇਣੀ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਈੜਾ ਪਿੰਗੁਲਾ ਔਰ ਸੁਖਮਨਾ तीन बस है एक ठाई। बेणी संगम तह पिराग मन मजन करे तिठाई। संत हो तह निरंजन राम है गुरगम चीन्ह बिरला कोय। तहाँ निरंजन रमैया होए रहाओ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਸੋ ਘਰ ਅਸਥਾਨ ਵਿਖੇ ਚੱਲ ਰਹੀ ਲੜੀਵਾਰ ਇਲਾਹੀ ਬਾਣੀ ਦੀ ਵਿਆਖਿਆ ਵਿੱਚ ਜੋ ਗਰੀਬ ਨਵਾਜ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕਰਕੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਆਪ ਬਾਣੀ ਉਚਾਰਦੇ ਰਹੇ, ਗੁਰਸਿੱਖਾਂ ਨੂੰ ਲਿਖਵਾਉਂਦੇ ਰਹੇ ਔਰ ਨਾਲ ਸ਼ਾਮ ਨੂੰ ਬਾਣੀ ਦੇ ਅਰਥ ਆਪ ਪਵਿੱਤਰ ਮੁਖਾਰਬਿੰਦ ਤੋਂ ਕਰਦੇ ਰਹੇ। ਇਹ ਹੁਣ ਉਹਨਾਂ ਦੀ ਹੀ ਜੋ ਬਖਸ਼ਿਸ਼ ਸੀ, ਆਪਾਂ ਉਹ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਰਾਮਕਲੀ ਰਾਗ ਵਿੱਚ 974 ਅੰਗ ਉੱਪਰ ਜੋ ਭਗਤ ਬੇਣੀ ਜੀ ਦਾ ਸ਼ਬਦ ਹੈ, ਔਰ ਇਹ ਸ਼ਬਦ ਦੇ ਅੰਦਰ ਬਹੁਤ ਹੀ ਸੂਖਸ਼ਮ ਗੱਲਾਂ ਜਿਹੜੀਆਂ ਨੇ ਪਰਮਾਰਥ ਦੀਆਂ, ਕਿਵੇਂ ਅੰਦਰੂਨੀ ਥਾਂ 'ਤੇ ਮਨ ਜਿਹੜਾ ਹੈ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਸਾਂਝ ਪਾਉਂਦਾ ਹੈ। ਕੁਝ ਸ਼ਬਦ ਜਿਹੜੇ ਨੇ ਇਹਦੇ ਵਿੱਚ ਉਹ ਭਾਵੇਂ ਅਸੀਂ ਸਮਝਦੇ ਹਾਂ ਕਿ ਯੋਗ ਮਤ ਦੀਆਂ ਗੱਲਾਂ ਨੇ, ਪਰ ਯੋਗ ਮਤ ਦੀਆਂ ਨਹੀਂ, ਇਹ ਸਾਰਾ ਕੁਝ ਗੁਰਮਤ ਦਾ ਹੀ ਹੈ। ਉਹਨੂੰ ਸਮਝਣ ਦੀ ਇਹ ਸਾਡੀ ਜ਼ਿੰਮੇਵਾਰੀ ਹੈ, ਅਸੀਂ ਸਮਝਣਾ ਕਿਵੇਂ ਹੈ। ਸੋ ਇਹ ਨਾਮ ਦੀ ਕਲਾ ਜਿਹਦੇ ਨਾਲ ਜੀਵਨ ਤ੍ਰਿਪਤ ਹੁੰਦਾ ਹੈ, ਰੱਜਦਾ ਹੈ, ਉਹਦੇ ਵਿੱਚ ਬਰਕਤਾਂ ਵਰਤਦੀਆਂ ਹਨ, ਰਹਿਮਤਾਂ ਵਰਤਦੀਆਂ ਹਨ। ਔਰ ਭਗਤ ਬੇਣੀ ਜੀ ਇਹ ਉਚਾਰਨ ਕਰਦੇ ਹਨ, ਰਾਮ ਕਲੀ ਬਾਣੀ ਬੇਣੀ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਦੇ ਅੰਦਰ ਭਗਤ ਬੇਣੀ ਜੀ ਜਿਹੜੇ ਇਹ ਵਿਚਾਰ ਕਰ ਰਹੇ ਹਨ, ਔਰ ਇੱਕ ਓੰਕਾਰ ਧੁਨੀ ਸਰੂਪ ਵਾਹਿਗੁਰੂ ਅਕਾਲ ਪੁਰਖ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਈੜਾ ਪਿੰਗੁਲਾ ਔਰ ਸੁਖਮਨਾ ਤੀਨ ਬਸਹਿ ਇੱਕ ਠਾਈ। ਇਹ ਤਿੰਨ ਨਾੜੀਆਂ ਜਿਹੜੀਆਂ ਪਹਿਲਾਂ ਵੀ ਆਪਾਂ ਸ਼ਾਇਦ ਵਿਚਾਰ ਕੀਤਾ ਹੈ, ਪਿਛਲੇ ਸ਼ਬਦਾਂ ਦੇ ਅੰਦਰ ਵੀ, ਇਹ ਜੋਗ ਮਤ ਦੇ ਵਿੱਚ ਵੀ ਹਨ ਅਤੇ ਇਹ ਮਨੁੱਖੀ ਸਰੀਰ ਦੇ ਵਿੱਚ ਵੀ ਹਨ। ਈੜਾ ਪਿੰਗਲਾ ਔਰ ਸੁਖਮਣਾ, ਇਹ ਤਿੰਨ ਨਾੜੀਆਂ ਹਨ। ਈੜਾ ਹੈ ਖੱਬੀ ਨਾਸਿਕਾ, ਨੱਕ ਦੀ ਖੱਬੀ ਸੁਰਾਖ ਹੈ ਜਿਹੜਾ, ਅਤੇ ਪਿੰਗਲਾ ਹੈ ਸੱਜਾ ਪਾਸਾ, ਔਰ ਸੁਖਮਣਾ ਇਹਨਾਂ ਦੋਵਾਂ ਦੇ ਵਿਚਕਾਰ ਜੋ ਮਸਤਕ ਦੇ ਵਿੱਚੋਂ ਦੀ ਹੁੰਦੀ ਹੋਈ ਇਹ ਮਨੁੱਖ ਦੇ ਇਹ ਸਾਧ ਸੰਗਤ ਜੀ ਰੀੜ੍ਹ ਦੀ ਹੱਡੀ ਦੇ ਵਿੱਚ ਸੂਖਮ ਹੈ, ਜੋ ਬੰਦ ਪਈ ਹੋਈ ਹੈ, ਔਰ ਇੱਕ ਤਰ੍ਹਾਂ ਦੇ ਨਾਲ ਐਨਰਜੀ ਦਾ ਸਰੂਪ ਹੈ, ਪ੍ਰਕਾਸ਼ ਦੇ ਸਰੂਪ ਦੇ ਵਿੱਚ ਹੈ। ਇਹਨਾਂ ਤਿੰਨਾਂ ਦੇ ਸਿਰ ਦੇ ਉੱਤੇ ਹੀ 6 ਚੱਕਰ ਕੰਮ ਕਰਦੇ ਹਨ, ਔਰ ਮਨੁੱਖ ਦਾ ਸੁਭਾਅ ਜਿਹੜਾ ਜਿਵੇਂ ਜਿਵੇਂ ਹਰਕਤ ਕਰਦਾ ਹੈ, ਇਹ ਸਰੀਰ ਦੇ ਤਿੰਨਾਂ ਗੁਣਾਂ ਦੇ ਨਾਲ ਸੰਬੰਧ ਰੱਖਦੀਆਂ ਹਨ। ਇੱਥੇ ਈੜਾ ਪਿੰਗਲਾ ਔਰ ਸੁਖਮਣਾ ਤੀਨ ਬਸ ਹੈ ਇੱਕ ਠਾਈ, ਇੱਕ ਥਾਂ 'ਤੇ ਇਕੱਠੀਆਂ ਹੋ ਗਈਆਂ ਹਨ। ਹੁਣ ਉਹ ਥਾਂ ਕਿਹੜਾ ਹੈ ਜਿੱਥੇ ਤਿੰਨੇ ਇਕੱਠੀਆਂ ਹੋ ਗਈਆਂ ਨੇ? ਇੱਥੇ ਭਗਤ ਜੀ ਨੇ ਇਹ ਨਹੀਂ ਕਿਹਾ
ਕਿ ਮੈਂ ਪਹਿਲਾਂ ਈੜਾ ਦੇ ਵਿੱਚੋਂ ਸਵਾਸ ਚੜਾਇਆ, ਫਿਰ ਸੁਖਮਣਾ ਦੇ ਵਿੱਚ ਕੁੰਭਕ ਕੀਤਾ ਉੱਥੇ, ਅਤੇ ਫਿਰ ਮੈਂ ਉਹਨੂੰ ਪਿੰਗਲਾ ਦੇ ਰਾਹੀਂ ਬਾਹਰ ਛੱਡਿਆ। ਨਹੀਂ, ਇਹ ਜਦੋਂ ਅੰਦਰ ਨਾਮ ਵੱਸਦਾ ਹੈ, ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਔਰ ਸਿੱਖ ਸੁਰਤ ਸ਼ਬਦ ਦੀ ਅਭਿਆਸ ਕਮਾਈ ਕਰਦਾ ਹੈ, ਉਹਦੇ ਨਾਲ ਇਹ ਤਿੰਨੇ ਜਿਹੜੀਆਂ ਹਨ ਨਾੜੀਆਂ ਹਨ, ਈੜਾ, ਪਿੰਗਲਾ ਔਰ ਸੁਖਮਣਾ, ਜਿਹੜੇ 6 ਚੱਕਰ ਹਨ, ਇਹ ਸਾਰੇ ਨਾਭੀ ਆਦਿਕ, ਹਿਰਦਾ ਆਦਿਕ, ਤ੍ਰਿਕੁਟੀ ਆਦਿਕ, ਇਹ ਸਾਰੇ ਆਪੇ ਹੀ ਕੰਟਰੋਲ ਹੋਣ ਲੱਗ ਪੈਂਦੇ ਹਨ। ਜਿਵੇਂ ਉਦਾਹਰਨ ਦਈਏ ਕਿ ਸਾਧ ਸੰਗਤ ਜੀ, ਜਦੋਂ ਇਹ ਜਿਹੜਾ ਅੰਦਰ ਬਾਹਰ ਗਰਮੀ ਹੋਵੇ ਤਾਂ ਅੰਦਰ ਪੱਖਾ ਲਾਉਣਾ ਪੈਂਦਾ ਹੈ। ਅੰਦਰ ਪੱਖਾ ਲਾਓ, ਅੰਦਰ ਏਸੀ ਲਾਓ, ਕਮਰਾ ਠੰਡਾ ਹੋ ਗਿਆ, ਬਾਹਰ ਨਿਕਲੋ ਤੇ ਫਿਰ ਗਰਮੀ ਲੱਗਦੀ ਹੈ। ਪਰ ਜਦੋਂ ਉੱਤੋਂ ਮੋਹਲੇ ਤਾਰ ਵਰਖਾ ਪੈਂਦੀ ਹੈ ਤਾਂ ਸਾਰਾ ਆਕਾਸ਼ ਹੀ ਠੰਡਾ ਹੋ ਜਾਂਦਾ ਹੈ। ਜਦੋਂ ਮੀਂਹ ਪੈਂਦਾ ਹੈ ਉਦੋਂ ਸਾਰੀਆਂ ਕੰਧਾਂ ਠੰਡੀਆਂ ਹੋ ਜਾਂਦੀਆਂ, ਅੰਦਰ ਵੀ ਠੰਡਾ ਹੋ ਜਾਂਦਾ ਹੈ, ਅਤੇ ਫਿਰ ਏਸੀ ਪੱਖੇ ਚਲਾਉਣ ਦੀ ਲੋੜ ਨਹੀਂ ਰਹਿੰਦੀ। ਉਹ ਬਾਹਰਲੀ ਬ੍ਰਹਿਮੰਡ ਦੀ ਠੰਡ ਜਿਹੜੀ ਸਾਰੀ ਅੰਦਰ ਆਉਣ ਲੱਗ ਪੈਂਦੀ ਹੈ। ਇਸ ਤਰ੍ਹਾਂ ਜਿਹੜਾ ਚਿਮਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਆਨੰਦ ਵਿਨੋਦ ਕਰੈ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਦੋਂ ਨਾਮ ਦੀ ਦਾਤ ਮਿਲਦੀ ਹੈ ਨਾ ਸਿੱਖ ਨੂੰ, ਪੂਰੇ ਸਤਿਗੁਰੂ ਜੀ ਦੇ ਕੋਲੋਂ ਕਿਰਪਾ ਪ੍ਰਾਪਤ ਹੁੰਦੀ ਹੈ, ਜਦੋਂ ਸੁਰਤੀ ਜਿਹੜੀ ਇਹ ਸ਼ਬਦ ਦੇ ਨਾਲ ਜੁੜ ਕੇ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ, ਅਤੇ ਉਦੋਂ ਫਿਰ ਈੜਾ, ਪਿੰਗਲਾ, ਸੁਖਮਣਾ ਅਤੇ 6 ਚੱਕਰਾਂ ਅਤੇ ਤ੍ਰਿਕੁਟੀ ਦੇ ਸਾਧਨ ਨਹੀਂ ਕਰਨੇ ਪੈਂਦੇ। ਇਹ ਫਿਰ ਪੱਖੇ ਭਾਵੇਂ ਚਲਾਓ ਅਤੇ ਭਾਵੇਂ ਬੰਦ ਕਰ ਦਿਓ, ਆਪਣੇ ਆਪ ਹੀ ਅੰਦਰ ਠੰਡਾ ਹੋ ਜਾਂਦਾ। ਜਦੋਂ ਬਾਹਰ ਮੀਂਹ ਪਵੇ ਕਮਰੇ ਵਿੱਚ ਆਪੇ ਹੀ ਠੰਡ ਆ ਜਾਂਦੀ ਹੈ, ਫਿਰ ਲੋੜ ਨਹੀਂ ਪੈਂਦੀ। ਪਰ ਇਹਦਾ ਅਰਥ ਅਸੀਂ ਇਹ ਵੀ ਨਹੀਂ ਕਰਨਾ ਵੀ ਈੜਾ, ਪਿੰਗਲਾ, ਸੁਖਮਣਾ ਦੀ ਨਿੰਦਿਆ ਕਰਨੀ ਹੈ, ਵੀ ਇਹ ਹੁੰਦੇ ਹੀ ਨਹੀਂ। ਹੁੰਦੇ ਹੈ ਨੇ, ਅੰਦਰੂਨੀ ਸਾਧਨ ਨੇ। ਜਿਵੇਂ ਪੱਖੇ ਏਸੀ ਲੱਗੇ ਹੋਏ ਨੇ, ਲੋੜ ਪੈਣ 'ਤੇ ਇਹਨੂੰ ਤੁਸੀਂ ਲਾ ਸਕਦੇ ਹੋ ਆਪਣੀ ਜ਼ਰੂਰਤ 'ਤੇ। ਪਰ ਗੁਰਮਤਿ ਦੇ ਵਿੱਚ ਨਾਮ ਨੂੰ ਮਹਾਨਤਾ ਦਿੱਤੀ ਹੈ, ਅਤੇ ਇਹਦੇ ਅਰਥ ਕਰਾਂਗੇ। ਇਹ 3 ਚੀਜ਼ਾਂ ਨੇ, ਇੱਕ ਵਾਰੀ ਪੜ੍ਹੋ ਜੀ। ਈੜਾ, ਪਿੰਗਲਾ ਔਰ ਸੁਖਮਨਾ। ਇਹ 3 ਨੇ, ਈੜਾ, ਪਿੰਗਲਾ ਅਤੇ ਸੁਖਮਨਾ। ਗੁਰਮਤਿ ਦੇ ਵਿੱਚ ਇਹ ਕੀ ਅਰਥ ਰੱਖਦੀਆਂ ਹਨ? ਇਹ 3 ਚੀਜ਼ਾਂ ਬਹੁਤ ਸਾਰੇ ਅਰਥ ਰੱਖਦੀਆਂ ਹਨ। ਈੜਾ ਹੈ ਠੰਡੀ ਨਾਸਿਕਾ, ਚੰਦਰਮਾ ਦੀ। ਈੜਾ ਠੰਡੀ ਹੈ। ਸਾਧ ਸੰਗਤ ਜੀ, 3 ਚੀਜ਼ਾਂ ਕੰਮ ਕਰਦੀਆਂ ਹਨ ਗੁਰੂ ਕੇ ਦਰ 'ਤੇ ਪ੍ਰਵਾਨ ਹੋਣ ਵਾਸਤੇ। ਸਭ ਤੋਂ ਪਹਿਲਾ ਹੈ ਗੁਰੂ ਦੀ ਦੱਸੀ ਹੋਈ ਮਰਿਆਦਾ, ਅਤੇ ਸਾਧ ਸੰਗਤ ਜੀ ਸਿਮਰਨ ਕਰਨਾ, ਰਹਿਤ ਰੱਖਣੀ ਅਤੇ ਸਿਮਰਨ ਕਰਨਾ। ਇਹ ਈੜਾ ਹੈ। ਈੜਾ ਦੇ ਨਾਲ ਇਹ ਈੜਾ ਖੁੱਲ੍ਹ ਗਈ ਸਮਝੋ। ਈੜਾ ਨੂੰ ਸਾਧ ਲਿਆ। ਜਿਹੜੀ 5 ਪਿਆਰਿਆਂ ਨੇ ਸਾਨੂੰ ਰਹਿਤ ਬੈਤ ਰੱਖੀ ਹੈ, 4 ਬੱਜਰ ਕਰੈਤਾਂ ਤੋਂ ਰੋਕਿਆ ਹੈ, ਅੰਮ੍ਰਿਤ ਵੇਲੇ ਜਾਗਣਾ, 5 ਬਾਣੀਆਂ ਦਾ ਨਿਤਨੇਮ ਕਰਨਾ, ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹਨੀ, ਸੋਹਿਲੇ ਦੀ ਬਾਣੀ ਪੜ੍ਹਨੀ, ਸਹਿਜ ਪਾਠ ਕਰਨਾ, ਸੇਵਾ ਕਰਨੀ, ਦਸਵੰਧ ਕੱਢਣਾ, ਅਤੇ ਇਹ ਕੰਮ ਕਰਨਾ ਹੈ। ਭਗਤੀ ਮਾਰਗ ਹੈ ਜਿਹੜਾ, ਇਹ ਈੜਾ ਹੈ। ਸਭ ਤੋਂ ਪਹਿਲਾਂ ਈੜਾ ਹੈ, ਠੰਡੀ ਨਾੜੀ ਹੈ, ਇਹਦੇ ਨਾਲ ਠੰਡ ਪੈਂਦੀ ਹੈ। ਅਤੇ ਸਾਧ ਸੰਗਤ ਜੀ, ਦੂਸਰੀ ਜਿਹੜੀ ਇਹ ਪਿੰਗਲਾ ਹੈ, ਉਹ ਪਿੰਗਲਾ ਕਿਹੜੀ ਹੈ? ਆਪਣੇ ਆਚਰਣ ਨੂੰ ਉੱਚਾ ਕਰਨਾ, ਆਪਣੇ ਚਰਿੱਤਰ ਨੂੰ ਉੱਚਾ ਕਰਨਾ, ਵਿਕਾਰਾਂ ਤੋਂ ਬਚਣਾ, ਝੂਠ ਨਹੀਂ ਬੋਲਣਾ, ਕਿਸੇ ਨਾਲ ਠੱਗੀ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦਾ ਨੁਕਸਾਨ ਨਹੀਂ ਕਰਨਾ, ਔਰ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਦੂਜੀ ਪਿੰਗਲਾ ਹੈ ਔਰ ਸੁਖਮਣਾ ਹੈ। ਇਹ ਤੀਜੀ ਨਾੜੀ ਹੈ। ਇਹ ਤੀਜੀ ਨਾੜੀ ਹੈ ਸਾਧ ਸੰਗਤ ਜੀ, ਗੁਰੂ ਦੀ ਕਿਰਪਾ। ਇਹ 3 ਨਾੜੀਆਂ ਹਨ ਗੁਰਸਿੱਖ ਦੀਆਂ, ਈੜਾ, ਪਿੰਗਲਾ ਔਰ ਸੁਖਮਣਾ। ਕਿਹੜੀ? ਪਹਿਲੀ ਰਹਿਤ ਮਰਿਆਦਾ, ਈੜਾ, ਪਿੰਗਲਾ, ਔਰ ਰਹਿਤ ਮਰਿਆਦਾ ਰੱਖਣੀ, ਸਰੀਰ ਦੀ ਮਰਿਆਦਾ ਰੱਖਣੀ, ਸਾਰੇ ਸਰੀਰ ਦੀ, ਔਰ ਨਾਲ ਨਿਤਨੇਮ ਪੂਰਾ ਕਰਨਾ, ਭਜਨ ਬੰਦਗੀ ਕਰਨੀ। ਇਹ ਪਹਿਲੀ ਈੜਾ ਹੈ। ਦੂਸਰੀ ਸੁਖਮਣਾ ਹੈ, ਆਚਾਰ ਵਿਹਾਰ ਉੱਚਾ ਰੱਖਣਾ। ਆਚਾਰ ਵਿਹਾਰ, ਬਾਜ਼ਾਰ ਦੇ ਵਿੱਚ ਕੰਮ ਕਰਦਿਆਂ, ਕਿਰਤ ਕਰਦਿਆਂ ਕਿਸੇ ਦਾ ਪਰਾਇਆ ਧਨ ਨਹੀਂ ਖਾਣਾ, ਦੂਜੇ ਦਾ ਧਨ ਨਹੀਂ ਖਾਣਾ, ਦੂਜੇ ਨੂੰ ਧੋਖਾ ਨਹੀਂ ਦੇਣਾ, ਝੂਠ ਨਹੀਂ ਬੋਲਣਾ, ਕਿਸੇ ਦੇ ਪੈਸੇ ਨਹੀਂ ਖਾਣੇ। ਇਹ ਪਿੰਗਲਾ ਹੈ। ਪਿੰਗਲਾ ਦੀ ਵਰਤੋਂ ਕਰਦਾ ਗੁਰੂ ਕਾ ਸਿੱਖ। ਅਤੇ ਤੀਜੀ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ। ਉਹ ਸੂਖਸ਼ਮ ਹੈ ਬਿਲਕੁਲ, ਤਾਂ ਉਹਨੂੰ ਸੁਖਮਣਾ ਕਿਹਾ। ਅਸਲ ਵਿੱਚ ਇਹ ਸੁਸ਼ਮਾ ਤੋਂ ਸੁਖਮਣਾ ਬਣਿਆ। ਉਹ ਗੁਰੂ ਦੀ ਕਿਰਪਾ ਹੈ। ਉੱਤੋਂ ਫਿਰ ਗੁਰੂ ਕਿਰਪਾ ਕਰਦਾ ਹੈ,
ਸਿੱਖ ਇਧਰੋਂ ਰਹਿਤ ਰੱਖਦਾ ਹੈ, ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਆਪਣਾ ਕਰੈਕਟਰ ਉੱਚਾ ਕਰਦਾ ਹੈ, ਕਿਸੇ ਨੂੰ ਧੋਖਾ ਨਹੀਂ ਦਿੰਦਾ, ਝੂਠ ਨਹੀਂ ਬੋਲਦਾ, ਅਮਲ ਉੱਚੇ ਕਰਦਾ ਹੈ, ਫਿਰ ਗੁਰੂ ਦੀ ਕਿਰਪਾ ਹੁੰਦੀ ਏ। ਇਸ ਤਰ੍ਹਾਂ ਤਿੰਨੇ ਥਾਈਂ ਇੱਕ ਥਾਂ ਤੇ ਵਸਦੀਆਂ ਨੇ। ਫਿਰ ਪੜੋ ਜੀ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸਹਿ ਇਕ ਠਾਏ। ਇੱਕੋ ਥਾਂ ਤੇ ਵਸਦੇ ਨੇ ਤਿੰਨੇ ਕਰਮ। ਪਹਿਲਾ ਰਹਿਤ ਰੱਖਣੀ, ਭਗਤੀ ਕਰਨੀ, ਦੂਸਰਾ ਆਪਣਾ ਵਰਤਾਵ ਚੰਗਾ ਕਰਨਾ, ਤੇ ਤੀਸਰਾ ਗੁਰੂ ਦੀ ਕਿਰਪਾ। ਫਿਰ ਇਹਦੇ ਤੋਂ ਅੱਗੇ ਚੱਲੀਏ ਥੋੜ੍ਹਾ ਜਿਹਾ। ਸਾਧ ਸੰਗਤ ਜੀ, ਉਹ ਵੀ ਤਿੰਨ ਬਣਦੇ ਹਨ। ਉਹਦੇ ਵਿੱਚ ਪਹਿਲਾ ਹੈ ਗੁਰੂ ਕੇ ਸਵਾਰਿਓ, ਕਿ ਇਹ ਤਿੰਨ ਚੀਜ਼ਾਂ ਇਕੱਠੀਆਂ ਕਰਨਾ। ਈੜਾ ਹੈ ਗੁਰੂ ਕਾ ਸ਼ਬਦ ਉਚਾਰਨ ਕਰਨਾ, ਨਾਮ ਜਪਣਾ, ਸ਼ਬਦ ਦਾ ਉਚਾਰਨ ਕਰਨਾ, ਮੂਲ ਮੰਤਰ ਦਾ, ਗੁਰਮੰਤਰ ਦਾ ਸ਼ਬਦ ਦਾ ਉਚਾਰਨ ਕਰਨਾ। ਇਹ ਹੈ ਈੜਾ। ਠੰਡੀ ਨਾੜ ਹੈ, ਬਾਣੀ ਠੰਡੀ ਹੈ, ਬਾਣੀ ਦਾ ਅਭਿਆਸ ਕਰਨਾ, ਸਹਿਜ ਪਾਠ ਕਰਨਾ, ਇਹ ਈੜਾ ਹੈ। ਔਰ ਸੁਰਤ ਲਾ ਕੇ ਉਸ ਬਾਣੀ ਨੂੰ ਸੁਣਨਾ। ਸੁਰਤ ਜਿਹੜੀ ਹੈ ਉਹ ਪਿੰਗਲਾ ਹੈ। ਸੁਰਤ ਥੋੜ੍ਹਾ, ਸੁਰਤ ਦੇ ਵਿੱਚ ਮਨ ਹੁੰਦਾ, ਮਨ ਦੇ ਵਿੱਚ ਗਰਮੀ ਹੁੰਦੀ ਏ, ਇਸ ਕਰਕੇ ਉਹ ਸੂਰਜ ਦੀ ਨਾੜੀ ਹੈ। ਸੋ ਇਹ ਸ਼ਬਦ ਤੇ ਸੁਰਤ ਦਾ ਮੇਲ ਈੜਾ ਔਰ ਪਿੰਗਲਾ ਦਾ ਸੁਮੇਲ ਹੈ। ਅਤੇ ਇਹਨਾਂ ਦੇ ਉੱਤੇ ਜਿਹੜੀ ਗੁਰੂ ਦੀ ਕਿਰਪਾ ਹੋਣੀ ਹੈ, ਸਿੱਖ ਜਿਹੜੀ ਸ਼ਬਦ ਤੇ ਸੁਰਤ ਨੂੰ ਮਿਲਾ ਕੇ ਇਕੱਠਾ ਅਭਿਆਸ ਕਰ ਰਿਹਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਅਤੇ ਇਹਦੇ ਉੱਤੇ ਤੀਜੀ ਜਿਹੜੀ ਕਿਰਪਾ ਹੋਣੀ ਗੁਰੂ ਸਾਹਿਬ ਦੀ, ਉਹ ਸੁਖਮਣਾ ਹੈ। ਇਹ ਵੀ ਤਿੰਨੇ ਇੱਕ ਥਾਂ ਤੇ ਵਸਦੀਆਂ ਹਨ। ਇੱਕ ਵਾਰੀ ਹੋਰ ਫਿਰ ਪੜੋ ਜੀ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸਹਿ ਇਕ ਠਾਏ। ਤੇ ਤੀਜੇ ਨੰਬਰ ਤੇ ਹੋਰ ਆਪਾਂ ਕਹੀਏ ਜਿਹੜੀਆਂ ਤਿੰਨ ਹਨ, ਸੁਣਿਆ, ਮੰਨਿਆ, ਮਨ ਕੀਤਾ ਭਾਉ। ਇਹ ਤਿੰਨ ਈੜਾ ਪਿੰਗਲਾ ਤੇ ਸੁਖਮਣਾ ਹਨ। ਪਹਿਲਾਂ ਗੁਰੂ ਕਾ ਉਪਦੇਸ਼ ਸੁਣਨਾ ਹੈ, ਗੁਰੂ ਕੀ ਬਾਣੀ ਦਾ ਹੁਕਮ ਸੁਣਨਾ ਹੈ, ਸੁਣਿਆ, ਤੇ ਫਿਰ ਮੰਨਣਾ ਹੈ। ਸੁਣਨ ਦਾ ਅਰਥ ਹੈ ਈੜਾ, ਤੇ ਮੰਨਣ ਦਾ ਅਰਥ ਹੈ ਪਿੰਗਲਾ। ਇਹ ਈੜਾ ਤੇ ਪਿੰਗਲਾ ਹਨ ਦੋਵੇਂ। ਪਹਿਲਾਂ ਸੁਣਿਆ, ਫਿਰ ਮੰਨਿਆ, ਤੇ ਫਿਰ ਮਨ ਕੀਤਾ ਭਾਉ। ਭਾਉ ਮੈਨੇ ਪ੍ਰੇਮ ਕੀਤਾ ਉਸ ਸ਼ਬਦ ਨੂੰ, ਉਪਦੇਸ਼ ਨੂੰ। ਇਹ ਹੈ ਸੁਖਮਣਾ, ਇਹ ਪਿਆਰ ਕਰਨਾ। ਇਹ ਤਿੰਨ ਇਹ ਵੀ ਇਸੇ ਤਰ੍ਹਾਂ ਹਨ। ਇਸ ਤਰ੍ਹਾਂ ਤਿੰਨਾਂ ਨੂੰ ਸੋਧ ਕੇ ਗੁਰੂ ਕਾ ਸਿੱਖ ਇੱਕੋ ਥਾਂ ਤੇ ਇੱਕ ਸ਼ਬਦ ਦੇ ਵਿੱਚ ਕਰ ਦਿੰਦਾ ਹੈ ਇਕੱਠਿਆਂ। ਬੇਣੀ ਸੰਗਮ ਤਹ ਪਿਰਾਗ ਮਨ ਮਜਨ ਕਰੇ ਤਿਥਾਏ। ਬੇਣੀ ਇਹ ਉਸ ਥਾਂ ਤੇ ਤ੍ਰਿਵੈਣੀ ਸਮਝੋ। ਤ੍ਰਿਵੈਣੀ ਮਤਲਬ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ। ਸੰਗਮ ਸਮਝੋ ਵੀ ਤਿੰਨ ਚੀਜ਼ਾਂ ਮਿਲ ਜਾਂਦੀਆਂ ਨੇ। ਤੈ ਪਿਰਾਗ ਉਹ ਤੀਰਥ ਬਣ ਗਿਆ ਕਿ ਜਿੱਥੇ ਤਿੰਨ ਚੀਜ਼ਾਂ ਮਿਲ ਜਾਂਦੀਆਂ ਨੇ। ਕਿਹੜੀਆਂ? ਪਹਿਲਾ ਸੁਣਿਆ, ਮੰਨਿਆ ਤੇ ਮਨ ਕੀਤਾ ਭਾਉ। ਗੁਰੂ ਕਾ ਉਪਦੇਸ਼ ਸੁਣਨਾ ਤੇ ਗੁਰੂ ਕਾ ਉਪਦੇਸ਼ ਮੰਨਣਾ ਤੇ ਗੁਰੂ ਕੇ ਉਪਦੇਸ਼ ਨੂੰ ਪਿਆਰ ਕਰਨਾ। ਉੱਥੇ ਤ੍ਰਿਵੈਣੀ ਬਣ ਗਈ, ਸੰਗਮ ਬਣ ਗਿਆ, ਤੀਰਥ ਬਣ ਗਿਆ। ਮਨ ਮਜਨ ਕਰੈ ਤਿਥਾਈ। ਇਹਨਾਂ ਤਿੰਨਾਂ ਦੇ ਅਭਿਆਸ ਦੇ ਵਿੱਚ ਮਨ ਜਿਹੜਾ ਇਸ਼ਨਾਨ ਕਰਦਾ ਹੈ। ਦੂਜੀ ਗੱਲ ਆਪਾਂ ਕੀਤੀ ਸੀ ਸਾਧ ਸੰਗਤ ਜੀ, ਸ਼ਬਦ ਤੇ ਸੁਰਤ ਦਾ ਮੇਲ, ਔਰ ਤੀਜੀ ਗੁਰੂ ਦੀ ਕਿਰਪਾ ਵਿੱਚ ਆ ਗਈ। ਇਹਨਾਂ ਤਿੰਨਾਂ ਦਾ ਇੱਕ ਪਿਰਾਗ, ਇੱਕ ਤੀਰਥ ਬਣ ਜਾਂਦਾ ਹੈ, ਇੱਕ ਸੰਗਮ ਬਣ ਜਾਂਦਾ ਹੈ। ਔਰ ਉਹਦੇ ਵਿੱਚ ਵੀ ਗੁਰੂ ਕਾ ਸਿੱਖ ਮਨ ਕਰਕੇ ਮਨ ਦੇ ਨਾਲ ਇਸ਼ਨਾਨ ਕਰਦਾ, ਮਜਨ ਕਰਦਾ ਹੈ। ਜਿਹੜਾ ਆਪਾਂ ਤੀਜੀ ਹੋਰ ਇੱਕ ਗੱਲ ਕੀਤੀ ਸੀ ਕਿ ਗੁਰੂ ਦੀ ਦਸੀ ਮਰਿਆਦਾ ਰੱਖਣੀ ਤੇ ਨਿਤਨੇਮ ਕਰਨਾ, ਇਹ ਇੱਕ ਈੜਾ ਹੈ। ਔਰ ਸਾਧ ਸੰਗਤ ਜੀ, ਜਿਹੜਾ ਕਾਰ ਵਿਹਾਰ ਚੰਗਾ ਕਰਨਾ, ਝੂਠ ਨਾ ਬੋਲਣਾ, ਅਮਲ ਉੱਚਾ ਕਰਨਾ, ਇਹ ਦੋ ਚੀਜ਼ਾਂ ਹੋ ਗਈਆਂ। ਅਤੇ ਤੀਜੀ ਹੋ ਗਈ ਗੁਰੂ ਦੀ ਕਿਰਪਾ। ਇਹ ਤਿੰਨ ਜਿੱਥੇ ਇਕੱਠੀਆਂ ਹੋ ਗਈਆਂ ਨੇ ਉਹਨੂੰ ਕਹਿੰਦੇ ਬੇਣੀ ਸੰਗਮ ਤਹਿ ਪਿਰਾਗ, ਤ੍ਰਿਵੈਣੀ। ਇਹ ਤਿੰਨ ਚੀਜ਼ਾਂ ਜਿੱਥੇ ਇਕੱਠੀਆਂ ਹੁੰਦੀਆਂ ਨੇ, ਜਦੋਂ ਇਹ ਤਿੰਨ ਇਕੱਠੀਆਂ ਹੋ ਜਾਣ ਅਤੇ ਉਦੋਂ ਫਿਰ ਜਿਹੜਾ ਇਹ ਤ੍ਰੈ ਗੁਣ ਮਾਇਆ ਹੈ ਉਹ ਖਤਮ ਹੋ ਜਾਂਦੀ ਹੈ। ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਜਿੱਥੇ ਈੜਾ ਪਿੰਗਲਾ ਸੁਖਮਣਾ ਇਕੱਠੀਆਂ ਹੋ ਜਾਂਦੀਆਂ ਨੇ, ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਮਾਇਆ ਮੱਧਮ ਪੈ ਜਾਂਦੀ, ਕਮਜ਼ੋਰ ਪੈ ਜਾਂਦੀ ਹੈ। ਉੱਥੇ ਤ੍ਰਿਵੈਣੀ ਦੇ ਵਿੱਚ ਤਿੰਨਾਂ ਦੇ ਇਕੱਠੇ ਹੋਣ ਵਾਲੀ ਥਾਂ ਦੇ ਵਿੱਚ ਸੰਗਮ ਹੋ ਜਾਂਦਾ, ਯਾਨੀ ਕਿ ਜੋੜ ਹੋ ਜਾਂਦਾ ਹੈ। ਤਹਿ ਪਿਰਾਗ, ਉੱਥੇ ਪ੍ਰਯਾਗ ਮਨ ਨੂੰ ਤੀਰਥ ਬਣ ਗਿਆ। ਉਸ ਅੰਤਰਗਤ ਤੀਰਥ ਮਲ ਨਾਓ। ਮਨ ਮਜਨ ਕਰੇ, ਮਜਨ ਦਾ ਅਰਥ ਇਸ਼ਨਾਨ ਕਰਦਾ ਮਨ ਤੇ ਥਾਈ। ਉਸ ਥਾਂ ਤੇ ਉੱਤੇ ਗੁਰੂ ਕੇ ਸਿੱਖ ਦਾ ਸੰਤੋ ਤਹ ਨਿਰੰਜਨ ਰਾਮ ਹੈ। ਇਹ ਸੰਤ ਜਨੋ, ਉਸ ਥਾਂ ਤੇ
ਮਾਇਆ ਤੋਂ ਉੱਚਾ ਜਿਹੜਾ ਨਿਰੰਜਨ ਵਾਹਿਗੁਰੂ ਅਕਾਲ ਪੁਰਖ ਹੈ, ਰਾਮ ਉੱਥੇ ਆਪ ਪ੍ਰਗਟ ਹੋ ਜਾਂਦਾ ਹੈ। ਗੁਰਗਮ ਚੀਨੈ ਬਿਰਲਾ ਕੋਏ। ਗੁਰੂ ਤੱਕ ਪਹੁੰਚ ਕੇ ਗੁਰੂ ਕੇ ਸ਼ਬਦ ਨਾਲ ਜੁੜ ਕੇ ਕੋਈ ਬਿਰਲਾ ਹੀ ਇਸ ਗੱਲ ਨੂੰ ਚੀਨੈ ਜਾਣਦਾ ਹੈ, ਚੰਗੀ ਤਰ੍ਹਾਂ ਪਹਿਚਾਨ ਲੈਂਦਾ ਹੈ। ਤਹਾਂ ਨਿਰੰਜਨ ਰਮਈਆ ਹੋਏ। ਉੱਥੇ ਰਹਾਉ। ਮਾਇਆ ਰਹਿਤ ਰਮਈਆ ਰਾਮ ਸੋਹਣੇ ਰਾਮ ਜੀ ਵਾਸ ਕਰਦੇ ਹਨ। ਦੇਵ ਸਥਾਨੈ ਕਿਆ ਨਿਸ਼ਾਨੀ। ਅਕਾਲ ਪੁਰਖ ਦੇ ਸਥਾਨ ਦੀ ਕੀ ਨਿਸ਼ਾਨੀ ਹੈ ਮਨੁੱਖ ਦੇ ਸਰੀਰ ਦੇ ਵਿੱਚ? ਵੀ ਵਾਹਿਗੁਰੂ ਦੀ ਜੋਤ ਜਿਹੜੀ ਟਿਕਾਈ ਹੋਈ ਹੈ ਸਰੀਰ ਦੇ ਅੰਦਰ, ਉਹ ਕਿਹੜੇ ਥਾਂ ਤੇ ਨਿਸ਼ਾਨੀ ਕਿਹੜੀ ਹੈ? ਬਾਜੇ ਸ਼ਬਦ ਅਨਾਹਦ ਬਾਣੀ। ਹੁਣ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਨਾ, ਉੱਥੇ ਮਨ ਇਕਾਗਰ ਹੋ ਗਿਆ, ਤੇ ਮਨ ਇਕਾਗਰ ਹੋ ਗਿਆ ਤੇ ਤਹਿ ਬਾਜੇ ਅਨਹਦ ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਉੱਥੇ ਅਨਾਹਦ ਬਾਣੀ ਦੇ ਪੰਜ ਸ਼ਬਦ ਵੱਜਦੇ ਹਨ। ਅੰਦਰ ਅਨਹਦ ਨਾਦ ਜਿਹੜਾ ਹੈ, ਉਹ ਜਿਹੜਾ ਬੜਾ ਮਿੱਠਾ ਇੱਕ ਸੰਗੀਤ ਸੁਣਨ ਨੂੰ ਮਿਲਦਾ ਹੈ। ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ। ਉੱਥੇ ਚੰਦਰਮਾ ਵੀ ਪਿੱਛੇ ਰਹਿ ਜਾਂਦਾ ਹੈ, ਸੂਰਜ ਵੀ ਪਿੱਛੇ ਰਹਿ ਜਾਂਦਾ ਹੈ, ਭਾਵ ਠੰਡ ਗਰਮੀ ਪਿੱਛੇ ਰਹਿ ਜਾਂਦੀ ਹੈ। ਔਰ ਪੌਣ ਪਾਣੀ ਤੇ ਜਿਹੜੇ ਪੰਜੇ ਤੱਤ ਨੇ, ਇਹਨਾਂ ਤੋਂ ਵੀ ਸੁਰਤੀ ਅੱਗੇ ਨਿਕਲ ਜਾਂਦੀ ਹੈ, ਤੱਤ ਪਿੱਛੇ ਰਹਿ ਜਾਂਦੇ ਨੇ। ਸਰੀਰ ਨੂੰ, ਮਨ ਨੂੰ, ਬੁੱਧੀ ਨੂੰ ਪਾਰ ਕਰ ਜਾਂਦੀ ਸੁਰਤੀ ਪਰਮੇਸ਼ਰ ਦੇ ਦੇਸ਼ ਵਿੱਚ। ਸਾਖੀ ਜਾਗੀ ਗੁਰਮੁਖ ਜਾਣੀ। ਅੰਦਰ ਸਾਖਸ਼ੀ ਜਾਗ ਪੈਂਦਾ, ਸਾਖਸ਼ੀ ਜੋ ਵੇਖਣ ਵਾਲਾ ਮਹਿਸੂਸ ਕਰਦਾ ਹੈ, ਜੋ ਸਾਡੇ ਮਨ ਨੂੰ ਵੀ ਵੇਖਦਾ, ਆਤਮਾ ਨੂੰ ਵੀ ਵੇਖਦਾ, ਸਰੀਰ ਨੂੰ ਵੇਖਦਾ ਹੈ, ਉਹ ਸਾਖਸ਼ੀ ਜਿਹੜਾ ਜਾਗਦਾ, ਇਸ ਗੱਲ ਨੂੰ ਅੰਦਰ ਗੁਰੂ ਕੀ ਸਿੱਖਿਆ ਜਾਗੀ ਹੋਈ ਨੂੰ ਦੀਵਾ ਜਗਦਾ, ਜਿਹਦਾ ਉਹ ਗੁਰਮੁਖ ਨੇ ਜਾਣਿਆ ਉਸ ਨੂੰ। ਉਪਜੈ ਗਿਆਨ ਦੁਰਮਤ ਛੀਜੈ। ਅੰਦਰ ਗਿਆਨ ਉਪਜ ਪੈਂਦਾ, ਮਹਾ ਸੂਰਜ ਚੜ ਜਾਂਦਾ ਗੁਰੂ ਕੇ ਗਿਆਨ ਦਾ, ਨਾਮ ਦਾ। ਤੇ ਦੁਰਮਤ ਛੀਜੈ, ਜਿਹੜੀ ਭੈੜੀ ਮੱਤ ਸੀ ਕਾਮ ਦੀ, ਕ੍ਰੋਧ ਦੀ, ਲੋਭ ਦੀ, ਉਹ ਕਮਜ਼ੋਰ ਪੈ ਜਾਂਦੀ ਹੈ। ਅੰਮ੍ਰਿਤ ਰਸ ਗਗਨੰਤਰ ਭੀਜੈ। ਜਿਹੜਾ ਗਗਨੰਤਰ ਹੈ, ਗਗਨ ਦੇ ਅੰਦਰ ਯਾਨੀ ਕਿ ਸਿਰ ਦੇ ਵਿੱਚ, ਇਹ ਦਸਮ ਦੁਆਰਾ ਹੈ, ਅਕਾਲ ਪੁਰਖ ਦਾ ਨਿਵਾਸ ਸਥਾਨ ਹੈ। ਅਕਾਲ ਪੁਰਖ ਦਾ, ਬ੍ਰਹਮ ਦਾ ਸਰੀਰ ਦੇ ਅੰਦਰ ਅਕਾਲ ਦਾ ਨਿਵਾਸ ਹੈ। ਉਹ ਅੰਮ੍ਰਿਤ ਰਸ ਦੇ ਨਾਲ ਭਿੱਜ ਜਾਂਦਾ ਸਾਰਾ ਸਰੀਰ ਗੁਰਮੁਖ ਦਾ। ਇਸ ਕਲਾ ਜੋ ਜਾਣੈ ਭੇਓ। ਇਸ ਕਲਾ ਦਾ ਜੋ ਭੇਤ ਜਾਣ ਲੈਂਦਾ ਚੰਗੀ ਤਰ੍ਹਾਂ, ਸ਼ਬਦ ਦੀ ਕਲਾ ਦਾ। ਭੇਟੈ ਤਾਸ ਪਰਮ ਗੁਰਦੇਓ। ਉਹ ਪਰਮ ਗੁਰਦੇਵ, ਸੋਹਣੇ ਗੁਰਦੇਵ ਸੱਚੇ ਪਾਤਸ਼ਾਹ ਜੀ ਭੇਟ ਮਿਲ ਪੈਂਦੇ ਹਨ ਉਹਨਾਂ ਨੂੰ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੇ। ਅੱਗੇ ਮਹਾਰਾਜ ਕਹਿੰਦੇ ਨੇ ਦਸਮ ਦੁਆਰਾ ਅਗਮ ਅਪਾਰਾ ਹੈ, ਉਹ ਪਹੁੰਚ ਹੈ, ਉਹਦੇ ਤੱਕ ਪਹੁੰਚਣਾ ਬੜਾ ਔਖਾ ਹੈ। ਔਰ ਪਾਰ ਰਹਿ ਤੇ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਪਰਮ ਪੁਰਖ ਦੀ ਘਾਟੀ ਹੈ, ਉਹਦੀ ਛਾਉਣੀ ਹੈ, ਉੱਥੇ ਨਿਵਾਸ ਰੱਖਦਾ ਸੱਚਾ ਪਾਤਸ਼ਾਹ। ਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਉੱਪਰ ਹਾਟ, ਹਾਟ ਮੈਨੇ ਉੱਪਰ ਸਿਰ ਹੈ, ਦਸਮ ਦੁਆਰਾ ਹੈ। ਹਾਟ ਪਰ ਆਲਾ, ਆਲਾ ਬਣਿਆ ਉਹਦੇ ਵਿੱਚੋਂ ਇੰਜ ਲੱਗਦਾ ਵੀ ਇੱਕ ਸਰਾਖ ਜਿਹਾ ਬਣਿਆ ਹੋਇਆ, ਉੱਪਰ ਨੂੰ ਆਲਾ ਜਿਹਾ ਬਣਿਆ ਹੋਇਆ, ਜਿੱਥੇ ਇਹ ਗੁਰੂ ਕੇ ਨਿਹੰਗ ਸਿੰਘ ਜਦੋਂ ਦਮਾਲਾ ਸਜਾਉਂਦੇ ਨੇ ਤੇ ਜਦੋਂ ਉੱਤੇ ਫਰਲਾ ਛੱਡਦੇ ਨੇ, ਜਿੱਥੇ ਕਰਕੇ ਇਹ ਫਰਲਾ ਛੱਡਦੇ ਨੇ, ਇਹ ਤਾਲੂ ਦਾ ਉੱਪਰ ਵਾਲਾ, ਸਿਰ ਦਾ ਉੱਪਰ ਵਾਲਾ ਹਿੱਸਾ, ਉਹਦੇ ਵਿੱਚ ਇੱਕ ਆਲਾ ਮਹਿਸੂਸ ਹੁੰਦਾ। ਆਲਾ ਹੋ ਨਹੀਂ ਜਾਂਦਾ ਉਹਦੇ ਥਾਂ ਤੇ, ਸਿਰ ਦੇ ਵਿੱਚ ਇੱਕ ਪੋਲਾ ਜਿਹਾ ਥਾਂ ਹੁੰਦਾ ਤਾਲੂ ਦੇ ਵਿੱਚ। ਉਹ ਸਾਧ ਸੰਗਤ ਜੀ ਉੱਥੇ ਮਹਿਸੂਸ ਕਰਦਾ ਅਭਿਆਸੀ ਵੀ ਉੱਪਰ ਨੂੰ ਕਿਤੇ ਸਰਾਖ ਜਿਹਾ ਖੁੱਲ੍ਹ ਗਿਆ ਸਿਰ ਦੇ ਵਿੱਚੋਂ, ਪਤਾ ਨਹੀਂ ਉੱਪਰ ਨੂੰ ਕੀ ਨਿਕਲੀ ਜਾਂਦਾ ਹੈ। ਉੱਪਰ ਹਾਟ, ਇਸ ਦੇਹ ਦੇ ਉੱਤੇ ਇੱਕ ਦਸਮ ਦੁਆਰਾ ਹੈ ਤੇ ਹਾਟ ਦੇ ਉੱਪਰ ਨੂੰ ਇੱਕ ਆਲਾ ਹੈ। ਆਲੇ ਭੀਤਰ ਥਾਤੀ, ਥਾਤੀ ਉਸ ਆਲੇ ਦੇ ਵਿੱਚ ਇੱਕ ਥੈਲੀ ਜੀ ਲਮਕਦੀ ਫਿਰਦੀ ਹੈ। ਉਹ ਥੈਲੀ ਜਗਦੀ ਜਗ ਰਹੀ ਹੈ। ਔਰ ਉਹ ਲਾਟ ਜਿਹੜੀ ਹੈ, ਇਹ ਮਹਾਰਾਜ ਕਹਿੰਦੇ ਥਾਤੀ ਜਿਹੜੀ ਉੱਪਰ ਨੂੰ ਨਿਕਲ ਰਹੀ ਬ੍ਰਹਮੰਡ ਦੇ ਵਿੱਚ। ਇਸ ਤਰ੍ਹਾਂ ਬ੍ਰਹਮੰਡ ਦੀਆਂ ਸਾਰੀਆਂ ਸ਼ਕਤੀਆਂ ਦੇ ਨਾਲ ਗੁਰੂ ਕਾ ਸਿੱਖ ਉੱਥੋਂ ਕਨੈਕਸ਼ਨ ਕਰ ਲੈਂਦਾ। ਕਈਆਂ ਨੇ ਇਹਨਾਂ ਨੂੰ ਇਹ 6 ਦੁਆਰੇ ਤੇ ਥੱਲੇ ਇਹਨਾਂ ਨੂੰ 7ਵਾਂ ਦੁਆਰਾ ਵੀ ਕਿਹਾ ਕਈਆਂ ਨੇ। ਇਹ ਜੂੜਾ ਹੁਣ ਇਹ ਗੁਰੂ ਕੇ ਸਿੱਖ ਹੁਣ ਅਸੀਂ ਕਰਨ ਲੱਗ ਪਏ ਜੂੜਾ ਅੱਗੇ ਜੀ ਬਿਲਕੁਲ ਮੱਥੇ ਦੇ ਕੋਲ ਲਿਆ ਕੇ, ਪਰ ਜੂੜੇ ਦਾ ਸਥਾਨ ਹੈ ਉੱਪਰ, ਜਿੱਥੇ ਥਾਤੀ ਬਣੀ ਹੋਈ ਹੈ, ਜਿੱਥੇ ਚੋਟੀ ਹੈ ਬਿਲਕੁਲ ਸਿਰ ਦੀ, ਉੱਚਾ ਥਾਂ ਹੈ ਸਭ ਤੋਂ ਸਿਰ ਦਾ। ਪੁਰਾਣੇ ਜਿਹੜੇ ਦਮਾਲੇ ਸਜਾਉਂਦੇ ਸੀ ਸਿੰਘ, ਇਹ ਉੱਥੇ ਜੂੜਾ ਕਰਦੇ ਸੀ। ਉਹਦਾ ਇਹ ਕਾਰਨ ਸੀ ਵੀ ਉਹ ਥਾਂ ਜਿਹੜਾ ਠੰਡਾ ਰਵੇ, ਉੱਥੇ ਮਾਲਿਸ਼ ਆਦਿਕ ਦੇ ਨਾਲ, ਘਿਓ ਦੇ ਨਾਲ ਭਿੱਜਾ ਰਵੇ, ਤਾਂ ਕਿ ਅਭਿਆਸ ਕਰਦਿਆਂ ਖੁਸ਼ਕ ਨਾ ਹੋ ਜਾਏ, ਕਿਤੇ ਉਹ ਸਰੀਰ ਨੂੰ ਕੋਈ ਸਮੱਸਿਆ ਨਾ ਆਵੇ।
ਇਸ ਕਰਕੇ ਉੱਥੇ ਥਾਤੀ ਹੈ, ਥੈਲੀ ਹੈ, ਤੇ ਉਹਦੇ ਵਿੱਚ ਪ੍ਰਕਾਸ਼ ਹੈ ਗੁਰੂ ਸਾਹਿਬ ਦਾ। ਜਾਗਤ ਰਹੈ ਸੋ ਕਬਹੁ ਨ ਸੋਵੈ। ਉਸ ਥਾਂ ਤੇ ਜਿਸ ਬੰਦੇ ਦੀ ਸੁਰਤੀ ਪਹੁੰਚ ਜਾਂਦੀ ਹੈ, ਮਹਾਰਾਜ ਕਹਿੰਦੇ ਉਹ ਸਦਾ ਜਾਗਦਾ, ਕਦੀ ਨੀਂਦ ਨਹੀਂ ਆਉਂਦੀ ਉਹਨੂੰ, ਭਾਵ ਮਾਇਆ ਦੇ ਵਿੱਚ ਨਹੀਂ ਸੌਂਦਾ, ਔਰ ਜਾਗਰਿਤ ਅਵਸਥਾ ਬਣੀ ਰਹਿੰਦੀ, ਨੀਂਦ ਦੀ ਲੋੜ ਨਹੀਂ ਰਹਿੰਦੀ, ਫੁਰਨੇ ਖਤਮ ਹੋ ਜਾਂਦੇ ਹਨ। ਔਰ ਉੱਥੇ ਫਿਰ ਜਾ ਕੇ ਉਹ ਮਾਇਆ ਦੇ ਪਦਾਰਥਾਂ ਦੀ ਨੀਂਦ ਵਿੱਚ, ਖਿਆਲਾਂ ਵਿੱਚ ਨਹੀਂ ਪੈਂਦਾ। ਤੀਨ ਤਿਲੋਕ ਸਮਾਧ ਪਲੋਵੈ। ਜਿਹੜੇ ਤਿੰਨ ਜਿਹੜੇ ਤਲੋਕ ਨੇ, ਤੀਨ ਤਲੋਕ 2 ਵਾਰੀ ਲਿਖਿਆ। ਤੀਨ ਤਲੋਕ, ਤੀਨ ਮੈਨੇ 3 ਗੁਣ ਮਾਇਆ ਦੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਤੇ ਤਿਲੋਕ ਮੈਨੇ 3 ਲੋਕ, ਆਕਾਸ਼ ਲੋਕ, ਪਾਤਾਲ ਲੋਕ ਤੇ ਮਾਤ ਲੋਕ। ਮਾਤ ਲੋਕ ਮੈਨੇ ਧਰਤੀ ਦਾ ਲੋਕ। ਇਹ ਹੈ ਸਿਰ ਤੇ ਬੰਦੇ ਦਾ ਧੜ ਤੇ ਕਾਮ ਦਾ ਸੈਂਟਰ, ਇਹਨੂੰ ਪਤਾਲ ਕਹਿੰਦੇ ਨੇ। ਇਹ ਤਿੰਨੇ ਦੇ ਤਿੰਨੇ, ਯਾਨੀ ਕਿ ਸਾਰਾ ਹੀ ਸਰੀਰ ਜਿਹੜਾ ਹੈ, ਸਾਰਾ ਸਰੀਰ ਕਹਿ ਲਓ ਵੀ ਸਮਾਧੀ ਦੇ ਵਿੱਚ ਪਲੋਵੈ, ਲੀਨ ਹੋ ਜਾਂਦਾ ਇੱਕ ਵਾਰੀ। ਬੀਜ ਮੰਤਰ ਲੈ ਹਿਰਦੈ ਰਹੈ। ਪਰ ਹਿਰਦੇ ਦੇ ਵਿੱਚ ਜਾਗਰਤ ਨੂੰ ਕਾਇਮ ਰੱਖਣ ਵਾਸਤੇ, ਨਹੀਂ ਤਾਂ ਸ਼ਾਇਦ ਬੰਦਾ ਪਲਟ ਕੇ ਜਿਹੜਾ ਉਹ ਬਦੇਹ ਮੁਕਤ ਹੋ ਗਏ ਸਨ ਸਿੰਘ ਗੁਰੂ ਕੇ ਦਮਦਮਾ ਸਾਹਿਬ ਦੀ ਧਰਤੀ ਤੇ, ਫਿਰ ਗੁਰੂ ਸਾਹਿਬ ਨੇ ਪਰਤ ਕੇ ਸਰੀਰ ਵਿੱਚ ਸੁਰਜੀਤ ਕੀਤੇ। ਉਹ ਅਵਸਥਾ ਬਣ ਜਾਵੇ ਪਰਤ ਕੇ ਦੇਹ ਦਾ ਪਤਾ ਹੀ ਨਾ ਰਵੇ ਵੀ ਇਹਨੂੰ ਠੰਡ ਲੱਗਦੀ ਹੈ ਕਿ ਗਰਮੀ ਲੱਗਦੀ ਹੈ, ਕਿ ਕੰਮ ਵੀ ਕਰਨਾ, ਕੋਈ ਭੁੱਖ ਵੀ ਲੱਗਦੀ ਹੈ ਕਿ ਨਹੀਂ ਲੱਗਦੀ, ਇੱਧਰ ਧਿਆਨ ਹੀ ਨਾ ਜਾਏ। ਇਹਦੇ ਤੋਂ ਬਚਾਉਣ ਵਾਸਤੇ ਫਿਰ ਕਹਿੰਦੇ ਵੀ ਸੁਚੇਤਾ ਰੱਖਣ ਵਾਸਤੇ ਥੋੜ੍ਹਾ ਜਿਹਾ ਬਾਹਰਲਾ, ਉਹਦੇ ਵਾਸਤੇ ਅੰਦਰ ਹਿਰਦਾ ਥਾਂ ਜਿਹੜਾ ਹੈ, ਉੱਥੇ ਬੀਜ ਮੰਤਰ ਲੈ ਹਿਰਦੈ ਰਹੈ। ਥੋੜ੍ਹੀ ਜਿਹੀ ਅੰਦਰ ਜਿਵੇਂ ਖੂੰਟੀ ਗੱਡਦੀ ਦੀ ਹੈ ਨਾ, ਜਿਵੇਂ ਆਪਾਂ ਕਿਸੇ ਥਾਂ 'ਤੇ ਜਾਂਦੇ ਹਾਂ, ਆਪਾਂ ਨਿਸ਼ਾਨੀ ਰੱਖ ਜਾਂਦੇ ਹਾਂ ਵੀ ਪਰਤ ਕੇ ਇੱਥੇ ਆਉਣਾ, ਕਿਤੇ ਗਵਾਚ ਹੀ ਨਾ ਜਾਈਏ, ਪਰਤ ਕੇ ਵਾਪਸ ਹੀ ਨਾ ਆਇਆ ਜਾਏ। ਇਸ ਤਰ੍ਹਾਂ ਉਹ ਗੁਰੂ ਕਾ ਪਿਆਰਾ ਜਿਹੜਾ ਅਭਿਆਸੀ ਹੈ, ਉਹ ਹਿਰਦੇ ਦੇ ਵਿੱਚ ਬੀਜ ਮੰਤਰ ਦਾ ਹੁੰਦਾ ਅਰਥ ਹੁੰਦਾ ਵੀ ਜਿਹਦੇ ਵਿੱਚੋਂ ਸਾਰੇ ਮੰਤਰ ਨਿਕਲਦੇ ਹੋਣ, ਸਾਰੇ ਮੰਤਰ ਜਿਹਦੇ ਵਿੱਚੋਂ ਨਿਕਲਦੇ ਹੋਣ ਉਹਨੂੰ ਬੀਜ ਮੰਤਰ ਕਹਿੰਦੇ ਨੇ। ਤੇ ਬੀਜ ਮੰਤਰ ਲੈ ਹਿਰਦੇ ਰਹੈ, ਉੱਥੇ ਹਿਰਦੇ ਦੇ ਅੰਦਰ ਬੀਜ ਮੰਤਰ ਹੈ ਜਿਹੜਾ ਗੁਰੂ ਕਾ ਸ਼ਬਦ ਹੈ, ਮੂਲ ਮੰਤਰ ਬੀਜ ਮੰਤਰ, ਗੁਰਮੰਤਰ ਜਿਹੜਾ ਹੈ, ਤੇ ਏਕ ਓਂਕਾਰ ਨੂੰ ਵੀ ਬੀਜ ਮੰਤਰ ਕਿਹਾ ਹੈ। ਉੱਥੇ ਬੀਜ ਮੰਤਰ ਲੈ ਕੇ ਸਿੱਖ ਜਪਦਾ ਹੈ, ਸੁਰਤ ਥੋੜ੍ਹੀ ਜਿਹੀ ਉੱਥੇ ਵੀ ਟਿਕਾਣਾ ਕਰਦੀ ਹੈ। ਇਸ ਕਰਕੇ ਕਹਿੰਦੇ ਨੇ ਉਹ ਤਾਂ ਰੱਖਿਆ ਬੀਜ ਮੰਤਰ ਨਾਂ, ਵਾਹਿਗੁਰੂ ਸ਼ਬਦ ਦਾ ਤਾਂ ਰੱਖਿਆ, ਵਾਹਿਗੁਰੂ ਨੂੰ ਬੀਜ ਮੰਤਰ ਕਹਿੰਦੇ ਨੇ ਵੀ ਇਹਦੇ ਵਿੱਚੋਂ ਸਾਰੇ ਮੰਤਰ ਨਿਕਲਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਮੰਤਰ ਆਏ ਨੇ, ਰਾਮ ਵੀ ਆਇਆ ਹੈ, ਹੋਰ ਕਿੰਨੇ ਨਾਂ ਆਏ ਨੇ ਰੱਬ ਦੇ, ਪਰਮੇਸ਼ਰ ਦੇ, ਪਰਮਾਤਮਾ ਦੇ। ਕਈ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਕਹਿੰਦੇ ਬਈ ਵਾਹਿਗੁਰੂ ਮੰਤਰ ਤੇ ਆਇਆ ਹੀ ਨਹੀਂ, ਉਹਦੇ ਕੋਈ ਰਾਮ ਕਹਿੰਦਾ ਸਾਡਾ ਰਾਮਚੰਦਰ ਸੀ ਉਹ ਰਾਮ ਆਇਆ ਹੈ, ਕੋਈ ਕ੍ਰਿਸ਼ਨ ਕਹਿੰਦਾ ਫਿਰਦਾ ਹੈ, ਕੋਈ ਹੋਰ ਕਹਿੰਦਾ ਫਿਰਦਾ ਮਾਧੋ, ਕੋਈ ਆਪੋ ਆਪਣੇ ਮੰਤਰ ਕਹੀ ਜਾਂਦੇ ਨੇ। ਇਹ ਜਿਹੜੇ ਮੰਤਰ ਨੇ ਸਾਰੇ ਟਹਿਣੀਆਂ ਤੇ ਪੱਤੇ ਨੇ, ਬੀਜ ਮੰਤਰ ਇਹਨਾਂ ਦਾ ਵਾਹਿਗੁਰੂ ਹੈ, ਤੇ ਜਿਹੜਾ ਜੜ ਜਿਹੜੀ ਉਹ ਵਾਹਿਗੁਰੂ ਹੈ। ਤੇ ਤੁਹਾਨੂੰ ਪਤਾ ਹੋਣਾ ਹੈ ਜੜ ਦਿਸਦੀ ਨਹੀਂ, ਪੱਤੇ ਤੇ ਟਹਿਣੀਆਂ ਦਿਸਦੀਆਂ ਨੇ। ਇਸ ਕਰਕੇ ਬਹੁਤੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਹਿਗੁਰੂ ਮੰਤਰ ਵਾਰ-ਵਾਰ ਨਹੀਂ ਲਿਆਂਦਾ ਗਿਆ, ਵਾਰ-ਵਾਰ ਨਹੀਂ ਸਾਹਮਣੇ ਕੀਤਾ ਗਿਆ, ਸਿਰਫ ਇੱਕ ਵਾਰੀ ਦੱਸਣ ਵਾਸਤੇ ਭੱਟਾਂ ਨੇ ਜਿੱਥੇ ਗੁਰੂ ਨੂੰ ਵਾਹ ਕਿਹਾ ਵਾਹਿਗੁਰੂ 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 ਵਾਹਿ ਜੀਓ, ਉਹਨਾਂ ਨੇ ਕੁਝ ਵਾਰੀ ਵਾਹਿਗੁਰੂ ਕਿਹਾ ਹੈ, ਬਾਕੀ ਕਿਤੇ ਗੁਰੂ ਸਾਹਿਬ ਨੇ ਵਾਹਿਗੁਰੂ ਨਹੀਂ ਕਿਹਾ, ਕਿਉਂਕਿ ਵਾਹਿਗੁਰੂ ਜੜ ਰੂਪ ਹੈ, ਵਾਹਿਗੁਰੂ ਬੀਜ ਮੰਤਰ ਹੈ, ਤੇ ਜੜ ਕਦੀ ਪੱਟੀ ਦੀ ਨਹੀਂ ਹੁੰਦੀ, ਸਾਹਮਣੇ ਨਹੀਂ ਲਿਆਈ ਦੀ। ਉਹ ਧਰਤੀ ਦੇ ਵਿੱਚ ਹੀ ਰਵੇ ਤੇ ਠੀਕ ਰਹਿੰਦੀ ਹੈ। ਉਹ ਜਪਣ ਵਾਸਤੇ ਅੰਦਰ ਹਿਰਦੇ 'ਚ ਰੱਖਣ ਵਾਸਤੇ ਹੁੰਦਾ ਹੈ। ਇਸ ਕਰਕੇ ਇਹ ਸਾਰੇ ਜਿਹੜੇ ਟਹਿਣੀਆਂ ਨੇ ਉਸ ਬੀਜ ਮੰਤਰ ਦੀਆਂ, ਸਾਰੇ ਮੰਤਰਾਂ ਦਾ ਸਾਰ ਜਿਹੜਾ ਹੈ ਮੰਤਰ ਹੈ ਸਾਰੇ ਯੁੱਗਾਂ ਦਾ। ਭਾਈ ਗੁਰਦਾਸ ਜੀ ਨੇ ਤਾਂ ਹੀ ਲਿਖ ਦਿੱਤਾ ਜੀ, ਸਾਨੂੰ ਪਤਾ ਹੀ ਨਹੀਂ ਲੱਗਾ। ਅਸੀਂ ਐਵੇਂ ਹਰੀ ਤੋਂ ਵੀ ਡਰਦੇ ਰਹੇ, ਰਾਮ ਤੋਂ ਵੀ, ਤੇ ਵਾਸਦੇਵ ਤੋਂ ਵੀ, ਤੇ ਗੋਬਿੰਦ ਤੋਂ ਵੀ ਡਰਦੇ ਰਹੇ। ਕਿਉਂ? ਵੀ ਇਹ ਹਿੰਦੂਆਂ ਦੇ ਮੰਤਰ ਨੇ। ਇਹ ਮੰਤਰ ਹਿੰਦੂਆਂ ਦੇ ਨਹੀਂ ਹੁੰਦੇ, ਨਾ ਮੁਸਲਮਾਨਾਂ ਦੇ, ਨਾ ਸਿੱਖਾਂ ਦੇ। ਇਹ ਅੱਖਰ ਹੁੰਦੇ ਨੇ, ਅੱਖਰ ਕਾਇਨਾਤ ਦੇ ਵਿੱਚ ਹੀ ਹੁੰਦੇ ਨੇ, ਤੇ ਉਹਦਾ ਜਿਹੜਾ ਮੂਲ ਤੱਤ ਜਿਹੜਾ ਨਿਚੋੜ ਹੈ ਉਹ ਵਾਹਿਗੁਰੂ ਹੈ। ਇਸ ਕਰਕੇ ਬੀਜ ਕਦੀ ਦਿਸਦਾ ਨਹੀਂ, ਤੇ ਜਿਹੜਾ ਬੀਜ ਦਿਸਣ ਲੱਗ ਪਏ ਉਹ ਫਿਰ ਫਲਦਾ ਨਹੀਂ। ਇਸ ਕਰਕੇ ਨਾਮ ਜਿਹੜਾ ਗੁਰਮੰਤਰ ਦਾ ਅਭਿਆਸ ਉਹ ਗੁਪਤ ਜਿਹੜਾ ਬਹੁਤਾ ਜ਼ਿਆਦਾ